ਹਸਪਤਾਲ 'ਚ ਗੰਭੀਰ ਹਾਲਤ 'ਚ ਜ਼ੇਰੇ ਇਲਾਜ ਇਹ ਉਹੀ ਪੱਤਰਕਾਰ ਹੈ ਜਿਸ ਨੂੰ ਸੰਘਣੇ ਜੰਗਲ ਦੇ ਵਿੱਚੋਂ ਵਿੱਚ ਇੱਕ ਔਰਤ ਅਤੇ ਕਈ ਬੰਦਿਆਂ ਵੱਲੋਂ ਕੀਤੀਆਂ ਜਾ ਰਹੀਆਂ ਗਲਤ ਕਰਤੂਤਾਂ ਦੇ ਭੇਦ ਖੋਲ੍ਹਣੇ ਬੇਹੱਦ ਮਹਿੰਗੇ ਸਾਬਤ ਹੋਏ ਨੇ। ਹੁਣ ਤੁਸੀਂ ਜੰਗਲ ਦੇ ਵਿੱਚੋਂ ਵਿੱਚ ਖੜੇ ਇਸ ਟਰੱਕ ਨੂੰ ਦੇਖੋ। ਇਹਨਾਂ ਪੱਤਰਕਾਰਾਂ ਦੇ ਮੁਤਾਬਕ ਇਹ ਉਹੀ ਟਰੱਕ ਹੈ ਜਿਸ 'ਚ ਨਾਜਾਇਜ਼ ਕੰਮ ਚੱਲ ਰਿਹਾ ਸੀ। ਪਰ ਪਹਿਲਾਂ ਦੇਖੋ ਪੱਤਰਕਾਰਾਂ ਵੱਲੋਂ ਬਣਾਈ ਗਈ ਉਹ ਗੁਪਤ ਵੀਡੀਓ ਤੇ ਫਿਰ ਦੱਸਦੇ ਹਾਂ ਪੂਰਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦਾ ਹੈ, ਜਿੱਥੇ ਦੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆਂ ਦੇ ਜੰਗਲਾਂ 'ਚ ਨਾਜਾਇਜ਼ ਕਟਾਣ ਦੀ ਕਵਰੇਜ ਕਰਨ ਲਈ ਗਏ ਪੱਤਰਕਾਰਾਂ ਦੀ ਟੀਮ ਉੱਤੇ ਲੱਕੜ ਮਾਫੀਆ ਨੇ ਘਾਤਕ ਹਮਲਾ ਕਰ ਜ਼ਖਮੀ ਕਰ ਦਿੱਤਾ। ਹਮਲੇ 'ਚ ਹਫ਼ਤਾਵਾਰੀ ਪੰਜਾਬੀ ਅਖਬਾਰ ਦੇ ਪੱਤਰਕਾਰ ਬਲਦੇਵ ਰਾਜ ਟੋਲੂ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਦਕਿ ਦੋ ਹੋਰ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ। ਇਹ ਸਾਰੀ ਘਟਨਾ ਕਿਵੇਂ ਵਾਪਰੀ, ਸੁਣੋ ਪੀੜਤ ਪੱਤਰਕਾਰਾਂ ਦੀ ਹੀ ਜ਼ੁਬਾਨੀ। ਸਰ ਜੀ, ਸਾਨੂੰ ਸਾਡੇ ਜਿਹੜੇ ਵਿਸ਼ਵਸਨੀय ਸੂਤਰ ਹੈ ਉਹਨਾਂ ਕੋਲੋਂ ਪਤਾ ਲੱਗਿਆ ਕਿ ਇਹ ਭੋਲ ਬਦਮਾਣੀ ਹੈ ਜਿਹੜਾ ਸਾਡਾ ਕੰਢੀ ਦਾ ਏਰੀਆ, ਜੰਗਲੀ ਏਰੀਆ, ਕਿ ਉੱਥੇ ਬੜੇ ਸਤਰ ਪਰ ਚੀਲਾਂ ਦੀ ਕਟਾਈ ਹੋਈ ਹੈ ਜਿਹੜੀ ਦਫਾ 4 ਔਰ 5 'ਚ ਪੈਂਦੀ ਹੈ। ਅੱਛਾ, ਅਸੀਂ ਉਹਦੀ 3 ਪੱਤਰਕਾਰ ਅਸੀਂ ਇਕੱਠੇ ਹੋ ਗਏ ਕਿਉਂਕਿ ਏਰੀਆ ਥੋੜ੍ਹਾ ਖ਼ਰਾਬ ਹੈ ਜੀ, ਲੋਕੀ ਤੁਹਾਨੂੰ ਪਤਾ ਹੀ ਹੈ ਤਸਕਰ ਆਦਮੀਆਂ ਦਾ। 3 ਪੱਤਰਕਾਰ ਅਸੀਂ ਇਕੱਠੇ ਹੋ ਕੇ ਕਵਰੇਜ ਕਰਨ ਗਏ ਜੀ। ਰਾਹ ਵਿੱਚ ਜਿਲੇ ਅਸੀਂ 2 ਪੱਤਰਕਾਰ ਤੀਜੇ ਦੇ ਪਹੁੰਚੇ ਆਫਿਸ 'ਚ, ਤੇ ਉੱਥੇ ਬੈਠਾ ਸੀਗਾ ਅਸ਼ਵਨੀ ਗਾਰਡ ਜਿਹਦੇ ਕੋਲੋਂ ਏਰੀਆ ਹੈ। ਸਾਡੀ ਇਹਨੇ ਮਿਹਨਤ ਕੀਤੀ ਵੀ ਤੁਸੀਂ ਨਾ ਲਿਓ, ਮੇਰੀ ਨੌਕਰੀ ਦਾ ਸਵਾਲ ਹੈ, ਮੇਰਾ ਇੱਦਾਂ ਮੇਰਾ ਉੱਦਾਂ। ਅਸੀਂ ਨਹੀਂ ਮੰਨੇ ਜੀ। ਇਸ ਬੰਦੇ ਨੇ ਛੜਯੰਤਰ ਰਚਿਆ। ਪਹਿਲੇ ਜਾ ਕੇ ਇਹਦੇ ਨਾਲ ਇੱਕ ਹੋਰ ਲੋਕਲ ਗਾਰਡ ਜਿਹੜਾ ਹੁੰਦਾ ਹੈ ਸੋਹਣ ਲਾਲੋ ਸੀਗਾ, ਇਹਨਾਂ ਨੂੰ ਭੇਜ ਕੇ ਤੇ ਮੌਕੇ ਤੇ ਜਿਹੜੇ ਸਾਰੇ ਬੰਦੇ ਅਲਰਟ ਕਰ ਦਿੱਤੇ। ਅਲਰਟ ਕਰਕੇ ਨੇ ਇਹ ਕਿਹਾ ਕਿ ਜਿਹੜੀ ਲੋਕੇਸ਼ਨ ਹੈ ਜਿੱਥੇ ਕਟਾਈ ਹੋਈ ਹੈ ਇਹ ਬੰਦੇ ਪਹੁੰਚਣ ਨਹੀਂ। ਜਿਸ ਲਈ ਅਸੀਂ ਗਏ ਹਾਂ 2-3 ਜਗ੍ਹਾ ਜਿੱਥੋਂ ਜੰਗਲ ਅੰਦਰ ਜਾਣੇ ਨੂੰ, ਉੱਥੇ ਬੰਦੇ ਖੜੇ ਸੀਗੇ ਅਨਨੋਨ। ਉਸ ਰਸਤੇ ਅਸੀਂ ਨਹੀਂ ਗਏ ਜਿੱਥੋਂ ਅਸੀਂ ਗਏ ਹਾਂ। ਹਾਲੇ ਟੋਟਲੀ 500 ਮੀਟਰ ਅਸੀਂ ਜੰਗਲ 'ਚ ਪਏ ਹਾਂ, ਜਿੱਥੇ ਇੱਕ ਲੇਡੀਜ਼, 2 ਉਹਦੇ ਇੱਕ ਬੇਟਾ ਉਹਦਾ ਤੇ ਇੱਕ ਕੋਈ ਹੋਰ ਸੀਗਾ ਨਾਲ ਜੀ। ਉਹਨਾਂ ਨੇ ਦਸਤੀ ਹਥਿਆਰ ਫੜੇ ਸੀਗੇ ਜਿਨ੍ਹਾਂ ਨਾਲ ਸਾਡੇ 'ਤੇ ਉਹਨਾਂ ਨੇ ਹਮਲਾ ਕਰ ਦਿੱਤਾ ਜੀ। ਮਤਲਬ ਕਿਸਮ ਦਾ ਜਾਨੂ ਮਾਰਨ ਦਾ ਹੀ ਉਹਨਾਂ ਦਾ ਪਲਾਨ ਸੀਗਾ। ਜਨਾਨੀ ਨੇ ਲਲਕਾਰਿਆ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਸੁੱਕੇ, ਤੇ ਰੋਜ਼ ਹੀ ਸਾਡੀਆਂ ਖਬਰਾਂ ਲਾਉਂਦੇ ਇੱਦਾਂ ਬੋਲਿਆ ਤੇ ਉਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਜੀ, ਜਿਹਦੇ ਵਿੱਚ ਸਾਡਾ ਇੱਕ ਪੱਤਰਕਾਰ ਸਾਥੀ ਜਿਹੜਾ ਹੈ ਉਹ ਗੰਭੀਰ ਰੂਪ 'ਚ ਦਾਖਲ ਹੋਇਆ। ਉਹਦੀ ਅੱਖ 'ਚ ਇੰਨੀ ਕੁ ਜ਼ਬਰਦਸਤ ਸੱਟ ਲੱਗੀ, ਪਤਾ ਨਹੀਂ ਹਜੇ ਮੈਡੀਕਲ ਰਿਪੋਰਟ ਨਹੀਂ ਆਈ। ਉਹਦੀ ਅੱਖ ਡੈਮੇਜ ਦੇ ਜੋ ਸਕੋਪ ਹੈਗੇ ਹੈ ਕਿ ਡੈਮੇਜ ਹੀ ਨਾ ਹੋ ਗਈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿਉਂਕਿ ਇਹਨਾਂ ਲੋਕਾਂ ਦੀ ਕੋਸ਼ਿਸ਼ ਸੀਗੀ ਵੀ ਸੱਚ ਉਜਾਗਰ ਨਾ ਹੋਏ। ਇਹ ਜਿਹੜੀ ਖੇਲ ਚੱਲੀ ਦੀ ਹੈ ਚੋਰਾਂ ਦੀ, ਇਹ ਬੜੀ ਪੁਰਾਣੀ ਹੈ ਜੀ। ਇਹ ਗਰਮੀਆਂ 'ਚ ਆ ਕੇ ਜੰਗਲਾਂ ਨੂੰ ਅੱਗ ਲਾਉਂਦਾ ਵਿਭਾਗ ਲਵਾਉਂਦਾ ਹੈ ਜੀ। ਅਕਸਰ ਹਰ ਸਾਲ ਜਿਸਲੇ ਗਰਮੀ ਪੈਂਦੀ ਹੈ ਜੰਗਲਾਂ 'ਚ ਸਿਰਫ ਇਹ ਬੂਟੇ ਜਿਹੜੇ ਵੱਡੇ ਦੇ ਹੁੰਦੇ ਆ ਉਹਨੂੰ ਖਤਮ ਕਰਨ ਵਾਸਤੇ, ਉਹਦੇ ਸਬੂਤ ਖਤਮ ਕਰਨ ਵਾਸਤੇ ਖੁਦ ਵਿਭਾਗ ਨਾਲ ਮਿਲ ਕੇ ਹਰ ਸਾਲ ਸਾਡੇ ਜੰਗਲਾਂ 'ਚ ਅੱਗ ਲੱਗਦੀ ਹੈ। ਠੀਕ ਹੈ, ਇਹ ਸਿਰਫ ਜਿਹੜਾ ਸਾਡੇ 'ਤੇ ਹਮਲਾ ਹੋਇਆ ਸਿਰਫ ਇਸ ਕਰਕੇ ਹੋਇਆ ਕਿ ਇਹ ਸਾਡੀ ਤਸਕਰੀ ਜਿਹੜੀ ਅਸੀਂ ਮਿਲੀ ਭਗਤ ਕਰਕੇ ਵਿਭਾਗ ਨੇ ਕਰਵਾਇਆ ਜੀ ਉਹਨਾਂ ਲੋਕਾਂ ਨਾਲ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ 'ਤੇ ਬਣਦੀ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ, ਤਾਂ ਕਿ ਆਇੰਦਾ ਕੋਈ ਵੀ ਜਿਹੜੇ ਸਾਡੇ ਵਰਗਾ ਪੱਤਰਕਾਰ ਸਾਥੀ ਸਾਡਾ ਹੋਰ ਵੀ ਸੱਚ ਦੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰੇ ਤੇ ਉਹਦੇ ਨੂੰ ਕੋਈ ਸਮੱਸਿਆ ਨਾ ਪੈਦਾ ਹੋਏ। ਜਿਹੜੇ ਸੁਖਚੈਨਪੁਰ ਭੋਲ ਬਦਵਾਣੀਆਂ ਵਿੱਚ ਜਿਹੜੀ ਚੀਲਾਂ ਨਜਾਇਜ਼ ਤੌਰ 'ਤੇ ਕੱਟੀਆਂ ਗਈਆਂ ਸੀਗੀਆਂ ਹਰੀਆਂ ਬਿਨਾਂ ਪ੍ਰਸ਼ਾਸਨ ਤੋਂ ਪਰਮਿਸ਼ਨ ਤੋਂ, ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਕਵਰੇਜ ਕਰਨ ਗਈ ਹੈ, ਸਵੇਰੇ ਸਭ ਤੋਂ ਪਹਿਲੇ ਮੇਰੇ ਕੋਲ ਅਸ਼ਵਨੀ ਗਾਰਡ ਜਿਹਦਾ ਨਾਮ ਮੰਨਾ, ਅਸ਼ਵਨੀ ਗਾਰਡ ਮੰਨਾ, ਅਤੇ ਉਹਨਾਂ ਨਾਲ ਸੋਹਣ ਲਾਲ ਜਿਹੜਾ ਡੇਲੀ ਵੇਜ 'ਤੇ ਕੰਮ ਕਰਦਾ, ਅਤੇ ਸਾਡੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਅਤੇ ਉਹ ਦਫ਼ਤਰ ਵਿੱਚ ਪਹੁੰਚੇ ਅਤੇ ਉਹਨਾਂ ਨੇ ਸਾਨੂੰ ਮਤਲਬ ਕਈ ਗਿੜਗੜਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਜਿਹੜਾ ਇੱਦਾਂ ਨਹੀਂ, ਇਹ ਸਭ ਤੋਂ ਪਹਿਲਾਂ ਦੀਆਂ ਵੱਢੀਆਂ ਗਈਆਂ ਜਾਂ ਸਾਰੀ ਗਾਜ। ਮੰਨਾ ਕਹਿੰਦਾ ਕਿ ਗਾਰਡ ਮੇਰੇ ਉੱਤੇ ਗਿਰ ਰਹੀ ਹੈ ਵੀ ਤੁਸੀਂ ਸਾਡੇ ਬਾਰੇ ਸੋਚੋ। ਸਰ ਅਸੀਂ ਕੀ ਸੋਚਣਾ, ਅਸੀਂ ਜਿਹੜਾ ਅੱਖਾਂ ਨਾਲ ਦੇਖਿਆ ਨਜਾਇਜ਼ ਹੈ। ਅਸੀਂ ਤਾਂ ਸੱਚਾਈ ਉਜਾਗਰ ਕੀਤੀ ਹੈ। ਸੱਚਾਈ ਜਿਹੜੀ ਉਜਾਗਰ ਕੀਤੀ ਹੈ ਉਹਦਾ ਫਲ ਇਹ ਤੁਹਾਡੇ ਸਾਹਮਣੇ ਹੈਗਾ। ਜਦੋਂ ਅਸੀਂ ਆਪਣੇ ਉੱਥੋਂ ਗਏ ਹਾਂ ਇਹੋ ਹੀ ਗਾਰਡ ਮੰਨਾ ਜਿਹੜਾ ਭੋਲ ਬਦਵਾਣੀਆਂ ਪਹੁੰਚ ਗਿਆ ਦੂਜੇ ਮੁੰਡੇ ਨੂੰ ਨਾਲ ਲੈ ਕੇ। ਭੋਲ ਬਦਵਾਣੀਆਂ ਜਦੋਂ ਅਸੀਂ ਪਹੁੰਚੇ ਹਾਂ ਇਹਨਾਂ ਨੂੰ ਪਤਾ ਸੀ ਕਿ ਅਸੀਂ ਕਵਰੇਜ ਕਰਨ ਜਾਣਾ, ਅਤੇ ਅੱਗੇ ਇੱਕ ਟਰੱਕ ਖੜਾ ਸੀ ਜੰਗਲ ਦੇ ਵਿੱਚ, ਉਹ ਸਾਨੂੰ ਦੇਖ ਕੇ ਭੱਜ ਗਿਆ।
ਉਹ ਤੋਂ ਬਾਅਦ ਜਿਹੜੇ ਜੰਗਲ ਵਿੱਚ ਅੱਗੇ ਗਏ ਆ ਤਾਂ ਉੱਥੇ ਆਰਾ ਚੱਲਦਾ ਪਿਆ ਸੀ। ਉਸ ਤੋਂ ਬਾਅਦ ਜਿਹੜਾ ਇੱਕ ਉੱਥੋਂ ਜਿਹੜਾ ਮਾਲਕ ਸੀਗਾ ਨਰਿੰਦਰ, ਜਿਹਨੂੰ ਕੁੱਕੜ ਕਹਿੰਦੇ ਨੇ, ਉਹਨੇ ਵੀ ਪੱਤਰਕਾਰਾਂ ਦੀ ਟੀਮ ਨਾਲ ਜਿਹੜੀ ਹੈ ਬਦਸਲੂਕੀ ਬਦਤਮੀਜ਼ੀ ਕੀਤੀ, ਜਿਹਨੂੰ ਕਹਿੰਦੇ ਗੁੰਡਾਗਰਦੀ, ਬੇਤਾਸ਼ ਗੁੰਡਾਗਰਦੀ। ਉਸ ਤੋਂ ਉਪਰੰਤ ਮੈਂ ਫੋਨ ਕੀਤਾ ਗਾਰਡ ਨੂੰ, ਮੰਨਣ ਨੂੰ, ਮੈਂ ਜੀ ਤੁਸੀਂ ਤਾਂ ਕਹਿੰਦੇ ਸਾਰਾ ਕੰਮ ਬੰਦ ਹੈ, ਕਿ ਫਾਇਰ ਸੀਜ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਕੰਮ ਬੰਦ ਹੈ, ਚਾਹੇ ਖੁੱਲ੍ਹਾ ਹੋਵੇ ਚਾਹੇ ਕੋਈ ਵੀ ਏਰੀਆ ਹੋਵੇ, ਕੰਮ ਟੋਟਲੀ ਬੰਦ ਹੈ। ਅਗਲੇ ਹੁਕਮਾਂ ਤੱਕ, ਜਦੋਂ ਤੱਕ ਹੁਕਮ ਨਹੀਂ ਆਉਣਗੇ, ਜਦੋਂ ਤੱਕ ਕੰਮ ਜਿਹੜਾ ਹੈਗਾ ਉਹ ਬੰਦ ਹੀ ਹੈ। ਤੇ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਕਿੱਥੇ ਕੰਮ ਲੱਗਿਆ ਤੇ ਕਿਹਨੇ ਲਾਇਆ। ਉਹ ਸਾਰੇ ਇਹਨਾਂ ਦੀ ਡਿਊਟੀ ਬਣਦੀ ਹੈ, ਸਾਡੀ ਡਿਊਟੀ ਹੈ ਨਹੀਂ। ਸਾਡੀ ਡਿਊਟੀ ਜਿਹੜੀ ਹੈਗੀ ਹੈ, ਜਿਹੜਾ ਜੇ ਸਹੀ ਨੂੰ ਉਜਾਗਰ ਕਰਨਾ। ਇਹਨਾਂ ਪਿੰਡਾਂ ਦੇ ਵਿੱਚ ਭੋਲ ਵਧਵਾਣੀਆਂ, ਸੁਖਚੈਨਪੁਰ ਦੇ ਵਿੱਚ ਪਿਛਲੇ 5 ਸਾਲ ਤੋਂ ਲਗਾਤਾਰ ਨਜਾਇਜ਼ ਕਟਾਈ ਹੋ ਰਹੀ ਹੈ। ਪ੍ਰਸ਼ਾਸਨ ਨੇ ਜਿਹੜੀਆਂ ਅੱਖਾਂ ਮੀਟੀਆਂ ਹੋਈਆਂ ਨੇ, ਅੱਖਾਂ ਮੂੰਦ ਕੇ ਸੁੱਤਾ ਪਿਆ ਹੈ। ਜੇ ਮੀਡੀਆ ਉਜਾਗਰ ਕਰਦਾ ਹੈ ਤਾਂ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਨੇ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜਾ ਗਾਰਡ ਆ ਉਹਨਾਂ ਦੇ ਨਾਲ ਮਿਲਿਆ ਹੋਇਆ ਹੈ? ਗਾਰਡ ਇਸ ਤਰ੍ਹਾਂ ਕਿ ਜਦੋਂ ਸਵੇਰੇ ਮੇਰੇ ਕੋਲ ਆਉਣ ਦੀ ਉਹਨਾਂ ਨੂੰ ਕੋਈ ਲੋੜ ਹੀ ਹੈ ਨਹੀਂ ਸੀ। ਸਾਡਾ ਕੰਮ ਹੈ ਖਬਰਾਂ ਲਾਣਾ, ਜੋ ਸੱਚਾਈ ਆ ਅਸੀਂ ਉਜਾਗਰ ਕੀਤੀ। ਖਬਰ ਲੱਗਣ ਤੋਂ ਬਾਅਦ ਜਦੋਂ ਉਹਨਾਂ ਨੂੰ ਗਾਰਡ ਨੂੰ ਤਿਰਮੇਰੀਆਂ, ਜਿਹਨੂੰ ਕਹਿੰਦੇ ਕਿ ਕਾਲੀਆਂ ਮਰੋੜੀਆਂ ਮਿਰਚਾਂ ਲੱਗੀਆਂ ਇਹਨਾਂ ਨੂੰ, ਫਿਰ ਉਹ ਤੋਂ ਬਾਅਦ ਇਹ ਕਹਿੰਦੇ ਤੁਸੀਂ ਜੰਗਲ ਦੇ ਵਿੱਚ ਨਹੀਂ ਜਾਣਾ। ਉਹ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਜੰਗਲ ਵਿੱਚ ਗਈ, ਉੱਥੇ ਆਰਾ ਚੱਲਦਾ ਪਿਆ ਸੀ। ਤੇ ਹੋਰ ਵੀ ਪਤਾ ਲੱਗਿਆ ਕਿ ਚੀਲਾਂ ਜਿਹੜੀਆਂ ਨਜਾਇਜ਼ ਤੌਰ 'ਤੇ ਕੱਟੀਆਂ ਹੋਈਆਂ ਨੇ। ਤੇ ਸਾਡੇ ਜਾਣ ਤੋਂ ਪਹਿਲੇ ਇਹਨਾਂ ਨੇ ਰਸਤਾ ਰੁਕਾਤਾ ਸੀ, ਜਿਸ ਰਸਤੇ ਅਸੀਂ ਜਾਣਾ ਸੀ ਨਾ, ਜਿੱਥੇ ਕਵਰਿੰਗ ਕਰਨ, ਪਹਿਲੇ ਹੀ ਇਹਨਾਂ ਨੇ ਵਾਰਦਾਤ ਜਿਹੜੀ ਸਾਡੇ 'ਤੇ ਕਰਵਾਤੀ। ਉੱਥੇ ਇੱਕ ਲੇਡੀ, 2 ਮੁੰਡੇ ਨਾਲ ਸੀ, ਜਿਨ੍ਹਾਂ ਨੇ, ਅਸੀਂ ਅਜੇ ਮੋਟਰਸਾਈਕਲ 'ਤੇ ਹੀ ਸੀ ਤੇ ਜਿਹੜੀ ਟੀਮ ਸੀਗੀ ਸਾਡੀ, ਤੇ ਅਜੇ ਜਿੱਦਾਂ ਹੀ ਅਸੀਂ ਮੋਟਰਸਾਈਕਲ 'ਤੇ ਉਤਰੇ, ਇਹਨਾਂ ਨੇ ਸਾਡੇ 'ਤੇ ਅਟੈਕ ਕਰਨਾ ਸ਼ੁਰੂ ਕਰਦੇ। ਕਹਿੰਦੇ ਸਾਡੀਆਂ ਇਧਰ ਜ਼ਮੀਨਾਂ, ਤੁਹਾਡਾ ਇੱਥੇ ਕੀ ਕੰਮ ਹੈ? ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ? ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪਿਛਲੀ ਸਰਕਾਰਾਂ ਦੇ ਟਾਈਮ ਜਿਹੜੀ ਗੁੰਡਾਗਰਦੀ, ਫੁੱਲ ਗੁੰਡਾਗਰਦੀ ਰਹੀ ਹੈ, ਹੁਣ ਵੀ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਹੈ, ਇਹਨੂੰ ਜਿਹੜੀ ਨਕੇਲ ਪਾਈ ਜਾਏ। ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ, ਇਹਨਾਂ ਨੂੰ ਨੱਥ ਪਾਈ ਜਾਏ, ਤਾਂ ਕਿ ਅੱਗੇ ਤੋਂ ਕਿਸੇ ਹੋਰ ਨਾਲ ਇਦਾਂ ਦਾ ਕੰਮ ਨਾ ਕਰ ਸਕਣ। ਇਸ ਸਬੰਧ 'ਚ ਜੰਗਲਾਤ ਮਹਿਕਮੇ ਦੇ ਗਾਰਡ ਅਸ਼ਵਨੀ ਕੁਮਾਰ ਉਰਫ ਮੰਨਾ ਦਾ ਕੀ ਕਹਿਣਾ ਹੈ, ਤੁਸੀਂ ਆਪ ਹੀ ਸੁਣ ਲਓ। 13 ਤਰੀਕ ਮੈਨੂੰ ਅੱਜ 10 ਜਾਂ 11 ਦਿਨ ਹੋ ਗਏ ਚਾਰਜ ਲੈਣ ਨੂੰ ਹਜੇ। ਹਾਲਾਂਕਿ ਮੈਨੂੰ ਹਲੇ 2 ਏਰੀਏ ਮੇਰੇ ਪਾਸ ਹੈ ਜੀ, ਕਿ ਇੱਥੇ ਦਾ ਇੱਕ ਉਧਰ 10-15 ਕਿਲੋਮੀਟਰ ਦੂਰ ਹੈ ਜੀ। ਮੈਨੂੰ ਉੱਥੇ ਦੀਆਂ ਚੋਈਆਂ ਦਾ ਨਹੀਂ ਪਤਾ, ਮੈਨੂੰ ਉੱਥੇ ਦੇ ਜੰਗਲ ਦਾ, ਈਵਨ ਕਿ ਮੈਨੂੰ ਉੱਥੇ ਦੇ ਪਿੰਡਾਂ ਦਾ ਵੀ ਨਾਂ ਹਜੇ ਨਹੀਂ ਪਤਾ। ਕਿਉਂਕਿ ਜੋ ਮੈਂ ਟੁੱਲੂ ਸਾਹਿਬ ਤੋਂ ਉੱਥੇ ਗਿਆ ਸੀ ਦੁਕਾਨ 'ਤੇ, ਉਹਨਾਂ ਨੂੰ ਮੈਂ ਸਿਰਫ ਆਪਣੀ ਇਹ ਅਰਜ਼ ਲੈਣ ਗਿਆ ਸੀ ਕਿ ਇੱਕ ਤਾਂ ਪਹਿਲਾਂ ਨੰਬਰ ਤਰਮੈਨੀਆਂ ਦੇ ਸੀ, ਫੋਟੋਆਂ ਅਖਬਾਰ 'ਚ ਲਗਵਾਉਣੀਆਂ ਸੀਗੀਆਂ ਜੀ। ਸਾਨੂੰ ਟਾਰਗੇਟ ਮਿਲਿਆ ਪਿਆ 20 ਤਰਮੈਨੀਆਂ ਲਾਉਂਦੇ ਆ, 3 ਤਰਮੈਨੀਆਂ ਗਾਰਡ ਵਾਈਜ਼ ਸੀ, ਠੀਕ ਹੈ। ਇੱਕ ਉਹਨਾਂ ਨੂੰ ਅਰਦਾਸ ਇਹ ਲਾਈ ਸੀ ਹੱਥ ਜੋੜ ਕੇ, ਮੈਂ ਕਿਹਾ ਜਨਾਬ ਮੈਨੂੰ ਨਵਾਂ ਚਾਰਜ ਮਿਲਿਆ, ਠੀਕ ਹੈ। ਕਈ ਦਿਨਾਂ ਤੋਂ ਟੁੱਲੂ ਸਾਹਿਬ ਪਾਂਡੇ ਸੀ ਫੋਟੋਆਂ ਦੇ ਵਿੱਚ, ਮੈਂ ਉਹਨਾਂ ਨੂੰ ਦਫ਼ਤਰ ਆਪਣਾ ਇਹ ਨਹੀਂ ਹੈਗਾ ਜੀ ਚਰਚ ਮੋਰੇ, ਇਹ ਪ੍ਰੈਸ ਰਿਪੋਰਟਰ ਸ਼ਰਮਾ ਜੀ, ਉਹਨਾਂ ਸੋਨੇ ਵੀ ਹੱਥ ਜੋੜੇ। ਮੈਂ ਕਿਹਾ ਸਰ ਮੈਨੂੰ ਇਹ ਜੰਗਲਾਂ ਦਾ ਨਹੀਂ ਪਤਾ, ਮੈਨੂੰ ਪੁੱਛਣ ਦੀ ਕਟਾਈਆਂ ਕਿੱਦਾਂ ਨਹੀਂ। ਮੈਂ ਸਰ ਕਈਆਂ ਦਾ ਡੀਲਿਸਟ ਰਖਵਾ ਹੋਊਗਾ, ਕਈਆਂ ਦੀ ਡੈਮ ਰਿਪੋਰਟਾਂ ਕੱਟੀਆਂ, ਕਈਆਂ ਦਾ ਪਰਮਿਟ ਬਣਿਆ ਹੋਊਗਾ, ਮੈਨੂੰ ਇਸ ਚੀਜ਼ ਬਾਰੇ ਸਰ ਕੁਛ ਨਹੀਂ ਪਤਾ। ਮੈਨੂੰ 10-11 ਦਿਨ ਹੋਏ ਚਾਰਜ ਦੇਣ ਨੂੰ ਜੀ। ਤੇ ਉਹਦੇ ਅਕੋਰਡਿੰਗ ਮੈਂ ਇਹਨੂੰ ਸਿਰਫ ਆਪਣੀ ਪ੍ਰਾਰਥਨਾ ਲੈ ਗਿਆ ਸੀਗਾ ਕਿ ਸਰ ਮੈਨੂੰ ਥੋੜ੍ਹਾ ਮੇਰੀ ਪਲਾਂਟੇਸ਼ਨ ਦਾ ਸੀਜ਼ਨ ਚੱਲਿਆ ਕਰਦਾ ਪਿਆ, ਅਸੀਂ ਬੂਟੇ ਲਾਣੇ ਆ, ਟ੍ਰੇਨਿੰਗ ਸੀਜ਼ਨ ਖਤਮ ਹੋ ਰਿਹਾ ਜੀ। ਇਸ ਸੰਬੰਧੀ ਤੁਸੀਂ ਆਪਣੇ ਦਫ਼ਤਰ ਨਾਲ ਕਿਉਂ ਨਹੀਂ ਸੰਪਰਕ ਕੀਤਾ? ਪੱਤਰਕਾਰ ਦੇ ਨਾਲ ਰਾਬਤਾ ਕਿਉਂ ਕਰਨਾ ਪੈ ਗਿਆ? ਪੱਤਰਕਾਰ ਭਾਈ ਦਾ ਮੇਰਾ ਦੇਖੋ ਨਾ, ਆਹ ਦੇਖੋ ਮੇਰੇ ਪਾਸ ਹੈ ਉਹਨਾਂ ਦੀਆਂ ਜਿਹੜੀਆਂ ਸੈਂਡ ਕੀਤੀਆਂ ਵੀਡੀਓ ਵੀ ਹਰੇਕ ਵੇਲੇ ਸੈਂਡ ਕਰਦੇ ਆ ਜੀ। ਮੈਂ ਉਹਨਾਂ ਦੇ ਇਸ ਕਰਕੇ ਅਕੋਰਡਿੰਗ ਉਹਨਾਂ ਨੂੰ ਮਿਲਣ ਗਿਆ ਸੀਗਾ। ਜੋ ਤੁਹਾਨੂੰ ਉਹਨਾਂ ਨੇ ਵੀਡੀਓ ਰਿਕਾਰਡਿੰਗ ਸੈਂਡ ਕੀਤੀਆਂ ਉੱਤੇ ਤੁਸੀਂ ਕੀ ਕਾਰਵਾਈ ਕੀਤੀ? ਭਾਜੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਿਆ ਕਰਦੀ, ਡੀਲਿਸਟਡ ਹੈ ਨਹੀਂ ਹੈ ਜੀ। ਮੈਨੂੰ 10 ਦਿਨ ਹੋ ਗਏ ਭਾਜੀ ਚਾਰਜ ਲੈਣ ਨੂੰ ਜੀ। ਮੇਰੇ ਤੋਂ 2 ਏਰੀਏ ਹੈ, ਪਲਾਂਟੇਸ਼ਨ ਸੀਜ਼ਨ ਚੱਲਿਆ ਕਰਦਾ ਮਾਲਕੋ। ਆਹ ਦੇਖੋ ਫਾਇਰ ਸੀਜ਼ਨ ਤੋਂ ਬਾਅਦ ਤਾਂ ਕੋਈ ਵੀ ਪਰਮਿਸ਼ਨ ਨਹੀਂ ਹੈ ਕਟਾਉਣ ਦੀ? ਨਹੀਂ ਜੀ। ਪਰ ਕੱਲ ਜਦੋਂ ਅਸੀਂ ਮੌਕੇ ਤੇ ਉੱਥੇ ਦੇਖਿਆ, ਉੱਥੇ ਗੱਡੀ ਲਦਾਈ। ਮੈਨੂੰ ਤੁਸੀਂ ਫੋਨ ਕੀਤਾ ਸੀਗਾ ਮੈਨੂੰ, ਗੱਲ ਸੁਣੋ ਮੈਂ ਤੁਹਾਨੂੰ ਉਹਦਾ ਜਵਾਬ ਦੇ ਦਿੰਦਾ। ਤੁਸੀਂ ਫੋਨ ਕੀਤਾ ਸੀ ਨਾ ਮੈਨੂੰ। ਹਾਂਜੀ, ਜਦੋਂ ਅਸੀਂ ਮੌਕੇ ਤੇ ਉੱਥੇ ਗਏ, ਉੱਥੇ ਬਕਾਇਦਾ ਇੱਕ ਗੱਡੀ ਭਰੀ ਪਈ ਹੈ ਲੱਕੜ ਦੀ, ਭਰ ਕੇ, ਸੁਣੋ ਪਹਿਲਾਂ ਗੱਲ ਸੁਣੋ, ਲੱਕੜ ਭਰੀ ਹੈ, ਕਟਾਈ ਚੱਲ ਰਹੀ ਹੈ, ਪੈਟਰੋਲ ਕਟਰ ਮਸ਼ੀਨ ਚੱਲ ਰਹੀ ਹੈ ਉੱਥੇ। ਕਿਹੜੇ ਪਿੰਡ 'ਚ ਜੀ? ਪਿੰਡ ਭੋਲ ਬਦਮਾਣੀ 'ਚ। ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਗੱਡੀ ਉਹ ਭਜਾ ਕੇ ਲੈ ਗਏ। ਜੇ ਕਿਸੇ ਗੱਲੋਂ ਭਜਾ ਕੇ ਲਿਆ, ਲੇਬਰ ਕਟਾਨ ਸਭ ਕਰ ਬੰਦੇ ਉੱਥੇ ਸੀਗੇ, ਸਾਰੇ ਦੌੜ ਗਏ। ਜਦੋਂ ਅਸੀਂ ਉਹਨਾਂ ਨੂੰ ਬੁਲਾਇਆ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਹਿਕਮੇ ਨੂੰ ਇਸ ਚੀਜ਼ ਸਾਰੀ ਜਾਣਕਾਰੀ ਹੈ, ਜਿਹੜਾ ਤੁਹਾਡੇ ਗਾਰਡ ਦਾ ਨਾਮ ਲਿਆ ਕਿ ਉਹ ਸਾਡੇ ਇਸ ਟਾਈਮ ਘਰੇ ਬੈਠਾ। ਉਹਨਾਂ ਨੇ ਇਹ ਗੱਲ ਕਹੀ ਗਈ, ਮੇਰੀ ਨੌਲੇਜ ਪੁੱਛ ਲਈ ਜੀ। ਤਸਕਰ ਉੱਥੇ ਅਸੀਂ ਫੜੇ ਮੌਕੇ ਤੇ,
ਤੁਸੀਂ ਉੱਥੇ ਵੀ ਸਰ ਮੈਨੂੰ ਜੇ ਤੁਸੀਂ ਸੀ ਜਿੱਦਾਂ ਹੁਣ ਲਾਈਵ ਚੱਲਦੇ ਪਿਓ ਤੁਸੀਂ ਮੇਰੀ ਬਾਹ ਫੜ ਕੇ ਉੱਥੇ ਲੈ ਕੇ ਜਾਂਦੇ ਲਾਈਵ ਕੈਮਰਾ ਲੈ ਕੇ ਜਾਂਦੇ ਨਾਲ ਮੈਨੂੰ ਤੁਸੀਂ ਮੈਨੂੰ ਫੋਨ ਤੇ ਰਾਬਤਾ ਕੀਤਾ ਮੇਰੇ ਫੋਨ ਤੇ ਤੁਸੀਂ ਇਹ ਗੱਲ ਕੀਤੀ ਗੋਰੀ ਸ਼ੰਕਰ ਦਾ ਨਾਂ ਲਿਆ ਕਿ ਗੋਰੀ ਸ਼ੰਕਰ ਦਾ ਮੈਨੂੰ ਪੁੱਛਿਆ ਧਰਮਪੁਰ ਉਹਨਾਂ ਦਾ ਆਰਾ ਮੈਂ ਜੀ ਉਹ ਮੇਰੇ ਏਰੀਆ 'ਚ ਨਹੀਂ ਹੈ ਦੋ ਬੰਦਿਆਂ ਦਾ ਨਾਮ ਹੈ ਸਾਰਾ ਨਹੀਂ ਪੁੱਛਿਆ ਗੋਰੀ ਇੱਕ ਮਾਨ ਸਿੰਘ ਗੋਰੀ ਨਾਂ ਲਿਆ ਗਿਆ ਹਾਂ ਬਿਲਕੁਲ ਸਰ ਮੈਂ ਕਹਿੰਦਾ ਪ੍ਰੂਫ ਹੈ ਕੱਢੋ ਇਹ ਸਾਰੇ ਮਤਾ ਰਜਿਸਟਰ ਦੇਖ ਕੇ ਸਾਰੇ ਦੇਖ ਕੇ ਫਿਰ ਦੱਸੋ ਸਰ ਮਤਾ ਰਜਿਸਟਰ ਨਹੀਂ ਹੁੰਦਾ ਤੁਸੀਂ ਇਹ ਗੱਲ ਕੀਤੀ ਸੀ ਕਿ ਹਾਂ ਵੀ ਆਰਾ ਚੱਲਦਾ ਪਿਆ ਗੋਰੀ ਸ਼ੰਕਰ ਦਾ ਆਰਾ ਜੀ ਇਹ ਧਰਮ ਮੈਂ ਕਿਹਾ ਜੀ ਧਰਮਪੁਰ ਦਾ ਪਰ ਫੇਰ ਵੀ ਕਾਈਂਡ ਇਨਫੋਰਮੇਸ਼ਨ ਲਈ ਮੈਂ ਕਿਹਾ ਜੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਧਰਮਪੁਰ ਦਾ ਇਹ ਗੋਰੀ ਸ਼ੰਕਰ ਦਾ ਆਰਾ ਧਰਮਪੁਰ 'ਚ ਹੈ ਫੇਰ ਵੀ ਜੇ ਤੁਸੀਂ ਸਟਾਕ ਰਜਿਸਟਰ ਚੈੱਕ ਕਰਨਾ ਵਾ ਉਹਦਾ ਰਜਿਸਟਰ ਚੈੱਕ ਕਰ ਲਓ ਮੈਂ ਕਿਹਾ ਤੁਸੀਂ ਜੀ ਕਿੱਥੋਂ ਮਾਲ ਆਇਆ ਕਿੱਥੋਂ ਨਹੀਂ ਆਇਆ ਸਰ ਉਹਦੇ ਦੀ ਚੈਕਿੰਗ ਚੱਲਿਆ ਕਰਦੀ ਜੀ ਜੇ ਡੀਲਿਸਟਡ ਹੈ ਰਕਬਾ ਡੀਲਿਸਟਡ ਉਹਨੂੰ ਗਿਣਾਂਗੇ ਜੇ ਡੈਮ ਰਿਪੋਰਟ ਜਿਹੜੀਆਂ ਕੱਟੀਆਂ ਉਹਦਾ ਅਲੱਗ ਮੈਟਰ ਕੱਟਾਂਗੇ ਜੀ ਜੇ ਜਿਹਦੇ ਪਰਮਿਟ ਬਣੇ ਉਹਨਾਂ ਦਾ ਅਲੱਗ ਜੀ ਮੈਨੂੰ ਸਰ 10 ਮੈਂ ਅੱਜ 10 ਦਿਨ ਵੀ ਨਹੀਂ ਹੈ ਸਰ ਹੋਏ ਜੀ ਜਿਹੜੀ ਗੱਡੀ ਦੀ ਕੱਲ ਅਸੀਂ ਫੜੀ ਹੈ ਉੱਤੇ ਕੀ ਕਾਰਵਾਈ ਹੁਣ ਕਰੋ ਸਰ ਮੈਂ ਕਾਰਵਾਈ ਕਰਾਂਗਾ ਮੈਨੂੰ ਜਾਣ ਦਿਓ ਉਧਰ ਗਿਆ ਤਾਂ ਅਜੇ ਹੈ ਨਹੀਂ ਕਿ ਤੁਹਾਡੇ ਚੋਂ ਕਿਸੇ ਸੱਜਣ ਬਾਊ ਜੀ ਦਾ ਮੈਨੂੰ ਫੋਨ ਆਇਆ ਕਹਿੰਦੇ ਰੁਕੋ ਤੇ ਮੈਂ ਇਹਨਾਂ ਦਾ ਅਦਰਵਾਈਜ਼ ਜਾਣ ਮੈਂ ਕਿਹਾ ਕਹਿੰਦੇ ਤੁਸੀਂ ਕਿੰਨੀ ਦੇਰ ਰੁਕ ਸਕਦੇ ਹੋ ਮੈਂ ਕਿਹਾ ਜਨਾਬ ਉਹਨਾਂ ਨੇ ਜਿੰਨੀ ਦੇਰ ਰੁਕਣਾ ਜੀ ਆਪਾਂ ਰੁਕ ਲੈਂਦੇ ਕਿਉਂਕਿ ਤਸਕਰਾਂ ਦੇ ਜਿਹੜੇ ਹੌਸਲੇ ਇੰਨੇ ਬੁਲੰਦ ਹੈ ਕਿ ਮੈਂ ਆਪਣੀ ਮਹਿਕਮੇ ਦੀ ਵੀ ਪਰਵਾਹ ਨਹੀਂ ਕਰਦੇ ਮੈਂ ਆਪਣੀ ਉਹਨਾਂ ਦੀ ਗੱਡੀ ਦਾ ਨੰਬਰ ਸਾਡੇ ਕੋਲ ਆ ਉਹਨਾਂ ਬੰਦਿਆਂ ਦੀ ਆਪਣੀ ਡਿਊਟੀ ਸਾਡੇ ਕੋਲ ਆ ਤੁਸੀਂ ਹੁਣ ਕੀ ਕਾਰਵਾਈ ਕਰੋਗੇ ਬਿਲਕੁਲ ਜੀ ਉਹਦੀ ਮੈਂ ਬੰਦੀ ਕਾਰਵਾਈ ਜੋ ਵੀ ਆਪਣੇ ਬਲਾਕ ਅਫਸਰ ਨੂੰ ਲੈ ਕੇ ਆਪਣੇ ਸੀਨੀਅਰ ਅਫਸਰ ਨੂੰ ਨਾਲ ਲੈ ਕੇ ਕਾਰਵਾਈ ਕਰਾਂਗਾ ਜੀ ਉਹਦੀ ਇਸ ਸਬੰਧ 'ਚ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਇਹ ਸਾਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ 3 ਪੱਤਰਕਾਰ ਬਲਦੇਵ ਰਾਜ, ਅਜੇ ਠਾਕੁਰ ਅਤੇ ਵਿਜੇ ਸਰਾਰੀਆ ਜਿਹੜੇ ਇਹ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਹੈ, ਇਹ ਇੱਕ ਕਵਰੇਜ ਕਰਨ ਗਏ ਸੀ ਇੱਥੇ ਭੋਲ ਬਦਾਨੀਆ ਜੰਗਲ ਦੀ। ਉੱਥੇ ਜੰਗਲ ਦੇ ਵਿੱਚ ਇੱਕ ਔਰਤ ਅਤੇ 2 ਵਿਅਕਤੀਆਂ ਵੱਲੋਂ ਮਿਲੀ ਭੁਗਤ ਕਰਕੇ ਹੋਰ ਵਿਅਕਤੀਆਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਕਰਕੇ ਬਲਦੇਵ ਠਾਕੁਰ ਦੇ ਸੱਟਾਂ ਲੱਗੀਆਂ ਸੀ। ਉਹਦਾ ਬਿਆਨ ਲਿਖ ਕੇ ਅਸੀਂ ਮੁਕੱਦਮਾ ਨੰਬਰ 68 323 341 506 34 IPC ਵਿੱਚ ਦਰਜ ਕਰਕੇ ਅਸੀਂ ਹੁਣ ਤਫਤੀਸ਼ ਅਮਲ ਵਿੱਚ ਲਿਆਂਦੀ। ਇਸ 'ਚ ਹੋਰ ਵੀ ਕੋਈ ਦੋਸ਼ੀ ਪਾਏ ਗਏ ਉਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਊਗੀ। ਕਿੰਨਾਂ ਦੇ ਬਿਆਨ ਕਲਮਬੰਦ ਹੋ ਗਏ ਨੇ ਸਰ? ਹਾਂਜੀ, ਅਜੇ ਬਲਦੇਵ ਰਾਜ ਦੇ ਬਿਆਨ ਕਰ ਲਏ, ਬਾਕੀ ਜਿਹੜੇ ਕੋਈ ਪੱਤਰਕਾਰ ਭਾਈਚਾਰੇ ਜਦੋਂ ਬਿਆਨ ਦਰਜ ਕਰਾਉਣਗੇ, ਜੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਕੋਈ ਬੰਦਾ ਨੋਮੀਨੇਟ ਕਰਨ ਵਾਲਾ ਹੋਵੇ ਅਸੀਂ ਉਹ ਵੀ ਕਰਾਂਗੇ। ਜਿਹੜਾ ਇੱਕ ਬਲਦੇਵ ਰਾਜ ਨੇ ਬਿਆਨ ਦੇ ਵਿੱਚ ਦਿੱਤਾ, ਸਾਨੂੰ ਦੱਸਿਆ ਪੱਤਰਕਾਰਾਂ ਨੂੰ ਦੱਸਿਆ ਵੀ ਜਿਹੜਾ ਅਸ਼ਵਨੀ ਕੁਮਾਰ ਗਾਰਡ ਆ ਉਹ ਇਹਦੇ ਵਿੱਚ ਇਨਵੋਲਵ ਆ। ਗਾਰਡ ਦਾ ਇੱਕ ਉਹਨਾਂ ਨੇ ਕਹਿ ਰਹੇ ਆ ਜੀ, ਜੇ ਉਹ ਗਾਰਡ ਵੀ ਇਨਵੋਲਵ ਹੋਇਆ ਤਾਂ ਅਸੀਂ ਉਹਦੇ ਬਰਖਲਾਫ ਬੰਦੀ ਕਾਰਵਾਈ ਕਰਾਂਗੇ। ਕਿਸੇ ਦੀ ਅਰੈਸਟ ਪਈ? ਹਾਂਜੀ, ਉਹ ਦੌੜੇ ਆ ਜੀ, ਘਰ ਤੋਂ ਵਿੱਚੋਂ ਰੇਡ ਕੀਤਾ ਵਾ, ਅਸੀਂ 1 ਦਿਨ ਦੇ ਵਿੱਚ ਉਹਨੇ ਗ੍ਰਿਫਤਾਰੀ ਪਾ ਲਾਂਗੇ। ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਜੰਗਲਾਤ ਮਹਿਕਮੇ ਦੇ ਗਾਰਡ ਅਸ਼ਵਨੀ ਕੁਮਾਰ ਉਰਫ ਮੰਨਾ ਸਣੇ ਇੱਕ ਹੋਰ ਨੂੰ ਨਾਮਜ਼ਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਤਲਵਾੜਾ ਤੋਂ ਪ੍ਰਵੀਨ ਸੋਹਲ ਦੀ ਰਿਪੋਰਟ। ਇੱਕ ਫੋਨ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ। ਗੁਰੂ ਮਾਂ ਸੀਮਾ 99056 32011। ਘਰ ਬੈਠੇ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਗੈਟ ਐਕਸ ਲਵ ਬੈਕ ਇਨ योर लाइफ। गुप्त वशीकरण करवाओ, मन चाह प्यार पाओ। परेशानी जिवें प्यार विच धोखा, खोया प्यार वापस पाउणा, प्रेमी प्रेमिका च झगड़ा, सौतन दुश्मन तो छुटकारा, तलाक केस, नौकरी कारोबार च रुकावट, विदेश यात्रा, विदेश विच पक्का होना। लाटरी नंबर पाओ 649 होवे जां लोटो मैक्स। प्यार विच धोखा खा चुके प्रेमी प्रेमिका एक बार जरूर संपर्क करो। गुरु मां सीमा 99056 32011।